रुख करते हैं सुखदेव जी का, साडे नाल जुड़े हुए ने, कांग्रेस नूं रिप्रजेंट कर रहे हैं। सुखदेव जी, लगता है सरकार पहले इम्तिहान च पास हो गई? नहीं देखो गौरव जी, अज कोई फेल पास की तो गल ही नहीं हैगी। गल सरकारां दे एटीट्यूड दी हुंदी है, लीडरशिप दी एटीट्यूड दी हुंदी है। देखो जो जिवें गरेवाल साहब कहंदे है भी सुनन नूं बड़ा चंगा लगदा है, पर देखो जे अज संयुक्त किसान मोर्चे नूं कल धरना देना पिया ਤਾਂ ਜਦੋਂ ਝੋਨੇ ਦੇ ਲਾਉਣ ਤੇ ਜ਼ੋਨ ਬਣਾਉਣ ਦੀ ਗੱਲ ਸੀ, ਪਹਿਲਾਂ ਹੀ ਉਹਦੇ ਤੇ ਆਪਸ ਚ ਡਿਫਰੈਂਸਸ ਸੀਗੇ, ਪਰ ਇਹਨਾਂ ਨੇ ਆਪਣੇ ਲੈਵਲ ਦੇ ਉੱਤੇ ਉਹ ਡਿਕਲੇਅਰ ਕਰ ਦਿੱਤੇ ਤੇ ਹੋਰ ਜਿਹੜੀਆਂ ਗੱਲਾਂ ਸੀ ਜਿਨ੍ਹਾਂ ਦਾ ਸਮਾਂ ਦਿੱਤਾ ਗਿਆ ਸੀ ਹਫਤੇ ਦਾ, ਉਹ ਵੀ ਉਹਨਾਂ ਨੂੰ ਬੁਲਾਇਆ ਨਹੀਂ ਗਿਆ। ਔਰ ਕੱਲ ਵੀ ਮਾਨ ਸਾਹਿਬ ਮਿਲਣ ਦੀ ਬਜਾਏ ਦਿੱਲੀ ਨੂੰ ਚਲੇ ਗਏ, ਟਾਈਮ ਦਿੱਤਾ ਸੀ ਵੀ ਇੱਥੇ ਮਿਲ ਲਵਾਂਗੇ, ਔਰ ਕਹਿ ਗਏ ਜਿਵੇਂ ਸਾਡੇ ਗਰੇਵਾਲ ਸਾਹਿਬ ਕਹਿੰਦੇ ਨਾ ਮੰਤਰੀ ਨਹੀਂ, ਉਹਨਾਂ ਨੇ ਕਿਹਾ ਚੀਫ ਸੈਕਟਰੀ ਨੂੰ ਮਿਲ ਲਓ। ਦੇਖੋ ਕਿਤੇ ਨਾ ਕਿਤੇ ਅਫਸਰਸ਼ਾਹੀ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਜਿਹੜੇ ਆ ਸੰਘਰਸ਼ੀਲ ਜਥੇਬੰਦੀਆਂ ਉਹਨਾਂ ਦਾ ਵਿਸ਼ਵਾਸ ਉੱਠਿਆ। ਔਰ ਦੂਜੀ ਗੱਲ, ਜਦੋਂ ਸ਼ਾਮ ਨੂੰ ਜਦੋਂ ਮਾਨ ਸਾਹਿਬ ਦਾ ਸਾਡੇ ਸੀਐਮ ਸਾਹਿਬ ਦਾ ਅਸੀਂ ਐਟੀਟਿਊਡ ਦੇਖਿਆ, ਉਹ ਤਾਂ ਕਿਸਾਨੀ ਦਾ ਇਕੱਲੀ ਕੀ ਟੋਟਲ ਜਿੰਨੀਆਂ ਸੰਘਰਸ਼ੀਲ ਜਥੇਬੰਦੀਆਂ ਉਹਨਾਂ ਨੂੰ ਟੀਚਰ ਕਰਦੇ ਨਜ਼ਰ ਆਏ ਵੀ ਤੁਸੀਂ ਤਾਂ ਤੁਹਾਨੂੰ ਤਾਂ ਜੇ ਨਾਰੇ ਨਾ ਮਾਰੋ, ਤੁਸੀਂ ਇਕੱਠੇ ਹੋ ਕੇ ਨਾ ਆਓ ਤਾਂ ਤੁਹਾਨੂੰ ਸਵਾਦ ਨਹੀਂ ਆਉਂਦਾ। ਇਸ ਕਿਸਮ ਦੀ ਜਿਹੜੀ ਸ਼ਬਦਾਵਲੀ ਹੈ ਔਰ ਇਸ ਕਿਸਮ ਦੀ ਟੀਚਰ ਆ, ਉਹ ਸੰਘਰਸ਼ੀਲ ਜਥੇਬੰਦੀਆਂ ਦੇ ਵਾਸਤੇ ਚੰਗੀ ਨਹੀਂ, ਕਿਉਂਕਿ ਇੱਕ ਦੁਨੀਆ 'ਚ ਮਿਸਾਲ ਪੈਦਾ ਕੀਤੀ ਹੈ ਸਾਡੀ ਸੰਯੁਕਤ ਕਿਸਾਨ ਮੋਰਚੇ ਨੇ, ਔਰ ਇਹਨੇ ਪ੍ਰੂਵ ਕੀਤਾ ਵੀ ਬਿਨਾਂ ਹਿੰਸਾ ਦੇ ਨਾਲ ਇੱਕ ਲੜਾਈ ਲੰਬੀ ਲੜ ਕੇ ਜਿੱਤੀ ਜਾ ਸਕਦੀ ਹੈ, ਜਿਹੜੀ ਕਿ ਸੈਂਟਰ ਦੇ ਖਿਲਾਫ ਜਿੱਤੀ ਗਈ ਹੈ। ਇਸ ਕਰਕੇ ਕੱਲ ਜਿਹੜਾ ਮਾਮਲਾ ਹੈ ਜਦੋਂ ਉਹ ਹੋਇਆ, ਅੱਜ ਠੀਕ ਹੈ ਜਦੋਂ ਇਹ ਕਿਸਾਨ ਸਾਰੀ ਰਾਤ ਫਿਰ ਇਹ ਵਿਚਾਰੇ ਗਰਮੀ ਦੇ ਵਿੱਚ ਤੜਕੇ ਕੀ ਕਹਿੰਦੇ ਹੁੰਦੇ ਨੇ ਫੁਹਾਰਿਆਂ ਤੇ ਨਹਾ ਰਹੇ ਸੀ ਤਾਂ ਪਬਲਿਕ ਪਲੇਸ ਤੇ, ਤਾਂ ਇਹਨਾਂ ਨੂੰ ਵੀ ਔਖਾ ਲੱਗਿਆ। ਪਰ ਠੀਕ ਹੈ ਵੀ ਸਰਕਾਰ ਨੇ ਤੁਹਾਡੇ ਕਹਿੰਦੇ ਵੀ ਦੇਰ ਆਏ ਦਰੁਸਤ ਆਏ, ਸ਼ਾਮ ਨੂੰ ਆ ਕੇ ਕੀਤਾ ਤਾਂ ਜੋ ਕਿਸਾਨਾਂ ਦਾ ਪ੍ਰੈਸ਼ਰ ਸੀ ਉਹਨਾਂ ਦੇ ਪ੍ਰੈਸ਼ਰ ਹੇਠ ਇਹਨਾਂ ਨੂੰ ਇਹ ਗੱਲਾਂ ਇਹਨਾਂ ਦੀਆਂ ਮੰਨਣੀਆਂ ਪਈਆਂ, ਕਿਉਂਕਿ ਇਹ ਗੱਲਾਂ ਇਹ ਗਰੇਵਾਲ ਸਾਹਿਬ ਜਿਹੜੀ ਗੱਲ ਤਾਂ ਕਰਦੇ ਨੇ ਠੀਕ ਹੈ, ਪਰ ਕੁਝ ਗੱਲਾਂ ਨਾ ਜਦੋਂ ਇਹ ਕਹਿੰਦੇ ਆ ਵੀ ਬੜਾ ਉਲਝਿਆ ਪਿਆ, ਪਰ ਜਦੋਂ ਇਹ ਗੱਲਾਂ ਉੱਠ ਰਹੀਆਂ ਸੀ ਨਾ, ਜਦੋਂ ਪਿੱਛੇ ਐਜੀਟੇਸ਼ਨ ਕਿਸਾਨ ਐਜੀਟੇਸ਼ਨ ਚੱਲਦੀ ਸੀ, ਸਪੈਸ਼ਲ ਡਿਪਿਊਟ ਕੀਤੇ ਗਏ ਸੀ ਦਿੱਲੀ ਤੋਂ ਇਹਨਾਂ ਨੇ ਬਣਾ ਕੇ ਲੀਡਰ, ਜਦੋਂ ਇਹਨਾਂ ਦੇ ਇੱਥੋਂ ਵਾਲੇ ਲੀਡਰ ਗੱਲ ਨਹੀਂ ਕਰਦੇ, ਜਿਹੜੀ ਗੱਲ ਨੂੰ ਸਮਝਦੇ ਸੀ ਉਹਨਾਂ ਬੰਦਿਆਂ ਨੂੰ ਲਿਆਂਦਾ ਗਿਆ। ਤੁਸੀਂ ਇਹ ਗੱਲ ਕਹਿ ਰਹੇ ਹੋ, ਦੇਖੋ ਦੋ ਚੀਜ਼ਾਂ ਤੁਹਾਡੇ ਬਿਆਨ ਤੋਂ ਮੈਨੂੰ ਸਮਝ ਆ ਰਹੀਆਂ। ਇੱਕ ਮਿੰਟ ਇੱਕ ਗੱਲ ਕਰ ਲਓ, ਉਹ ਜਿਹੜੇ ਕਹਿੰਦੇ ਸੀ ਵੀ ਜੇ ਸ਼ਾਮ ਤੱਕ ਅਸੀਂ ਐਮਐਸਪੀ ਸਾਰੀਆਂ ਗੱਲਾਂ ਤੇ ਨਾ ਦਿੱਤੀ ਤਾਂ ਅਸੀਂ ਗੱਲ ਲਾ ਦੇਾਂਗੇ। ਇਸ ਕਰਕੇ ਸਾਨੂੰ ਵੀ ਪਤਾ ਵੀ ਉਹ ਸਾਰਿਆਂ ਤੇ ਦਿੱਤੀ ਨਹੀਂ ਜਾ ਸਕਦੀ, ਬਹੁਤ ਸਾਰੀਆਂ ਗੱਲਾਂ ਸੈਂਟਰ ਨਾਲ ਕਰਨੀਆਂ ਪੈਣਗੀਆਂ, ਇਹ ਗੱਲ ਅਸੀਂ ਵੀ ਸਮਝਦੇ ਹਾਂ। ਪਰ ਜਦੋਂ ਉਹ ਗੱਲਾਂ ਪਬਲਿਕ 'ਚ ਕਰਦੇ ਸੀ ਨਾ, ਉਹ ਗੱਲਾਂ ਮੇਰੇ ਖਿਆਲ ਦੇ ਵਿੱਚ ਕਿਤੇ ਨਾ ਕਿਤੇ ਭਰਮ ਭੁਲੇਖੇ ਤਾਂ ਪੈਦਾ ਫਿਰ ਕਰਦੀਆਂ ਨੇ। ਚਲੋ ਮੈਨੂੰ ਉਮੀਦ ਸੀਗੀ ਕਿ ਇਹ ਗੱਲਾਂ ਆ ਕੇ ਅੱਜ ਬੀਜੇਪੀ ਦੇ ਆਗੂ ਕਹਿਣਗੇ, ਸਟੂਡੀਓ 'ਚ ਆ ਚੁੱਕੇ ਨੇ, ਕੁਝ ਹੀ ਪਲਾਂ 'ਚ ਸਾਡੇ ਨਾਲ ਜੁੜਨਗੇ, ਪਰ ਉਸ ਤੋਂ ਪਹਿਲਾਂ ਕਾਂਗਰਸ ਦੇ ਆਗੂ ਵੀ ਕਹਿ ਰਹੇ ਨੇ। ਅਹਿਬਾਬ ਗਰੇਵਾਲ ਜੀ, ਤੁਹਾਡਾ ਰਿਐਕਸ਼ਨ ਜ਼ਰੂਰੀ ਹੈ, ਮੈਂ ਐਲੈਬੋਰੇਟ ਕਰਾਂ ਪਰ ਤੁਸੀਂ ਡਾਇਰੈਕਟਲੀ ਇਸ ਦੇ ਉੱਪਰ ਰਿਐਕਟ ਕਰ ਦਿਓ। ਮੈਂ ਸੁਣ ਲਿਆ ਜੀ, ਮੇਰੀ ਗੱਲ ਸੁਣੋ। ਦੇਰ ਆਏ ਦਰੁਸਤ ਹੈ ਤਾਂ ਪੰਜਾਬ ਦੇਰ ਆਇਆ ਦਰੁਸਤ ਹੈ ਜੀ, ਮੇਰੀ ਸੁਣੋ ਗੱਲ। ਅਸੀਂ ਕਹਿੰਦੇ ਆ ਅਸੀਂ ਤਾਂ ਬੈਠੇ ਐਮਐਸਪੀ ਛੱਡੋ, ਸਾਲ ਡੇਢ ਦੇ ਦਿਓ, ਅਸੀਂ ਤਾਂ ਪ੍ਰੋਫਿਟ ਤੇ ਫਸਲਾਂ ਵੇਚਾਂਗੇ ਕਿਸਾਨਾਂ ਦੀਆਂ, ਮੱਕੀ ਤੇ ਦੇਤੀ, ਮੂੰਗੀ ਤੇ ਦੇਤੀ, ਸਾਨੂੰ ਥੋੜਾ ਜਿਹਾ ਸਮਾਂ ਦਿਓ। ਅਸੀਂ ਜਿੰਨੇ ਅਦਾਰੇ ਤੁਸੀਂ ਡੈਡ ਕੀਤੇ ਹੋਏ ਸੀਗੇ, ਯਕੀਨ ਮੰਨੋ ਕੋਆਪਰੇਟਿਵ ਮਹਿਕਮਾ ਬਣਿਆ ਸੀ ਕਿਸਾਨੀ ਨੂੰ ਬਣਾਉਣ ਲਈ, ਇਹਨਾਂ ਨੇ ਕੋਆਪਰੇਟਿਵ ਬਣਾਤਾ ਕਿਸਾਨੀ ਨੂੰ ਬਰਬਾਦ ਕਰਨ ਦਾ ਜ਼ਰੀਆ। ਕੋਆਪਰੇਟਿਵ ਮਹਿਕਮੇ ਬਣਨਗੇ ਕਿਸਾਨੀ ਨੂੰ ਬਣਾਉਣ ਲਈ, ਜਿਹੜੇ 18-19 ਮਹਿਕਮੇ ਬਣਾਏ ਹੋਏ ਸੀ ਨਾ, ਜਿਹੜੇ ਤਬਾਹ ਕਰ ਰਹੇ ਸੀ ਕਿਸਾਨੀ ਨੂੰ, ਅਸੀਂ ਉਹਨਾਂ ਨੂੰ ਵਰਤਾਂਗੇ ਕਿਸਾਨੀ ਨੂੰ ਖੜਾ ਕਰਨ ਨੂੰ। ਐਂਡ ਇੱਕ ਵਾਅਦਾ ਕਰਦੇ ਹਾਂ ਕਿਸਾਨ ਵੀਰਾਂ ਨੂੰ, ਅੱਜ ਤੋਂ ਬਾਅਦ ਇੱਕ ਗੱਲ ਕਹਿੰਦੇ ਆ, ਸਾਲ ਦੇ ਦਿਓ। ਮਾਨ ਸਾਹਿਬ ਨੇ ਮੰਗਿਆ ਤੁਹਾਨੂੰ ਐਮਐਸਪੀ ਨਹੀਂ, ਤੁਸੀਂ ਕਹੋਗੇ ਪ੍ਰੋਫਿਟ ਦੱਸੋ ਭਾਈ ਕਿੰਨਾ ਹੋਇਆ, ਪ੍ਰੋਫਿਟ ਵੰਡਾਂਗੇ ਆਪਾਂ ਭਾਈ ਸਾਹਿਬ, ਆਪਾਂ ਰਲ ਕੇ ਕੰਮ ਕਰੀਏ। ਸਾਨੂੰ ਲੋੜ ਨਹੀਂ ਐਮਐਸਪੀ ਦੀ, ਐਤਕੀ ਲੋੜ ਹੈ ਕੇਂਦਰ ਨਾਲ ਗੱਲ ਕਰ ਰਹੇ ਆ। ਇਦੋਂ ਬਾਅਦ ਐਮਐਸਪੀ ਦੀ ਅਸੀਂ ਜ਼ਬਾਨ ਦਿੰਦੇ ਆ, ਐਮਐਸਪੀ ਦੀ ਲੋੜ ਨਹੀਂ ਪਊਗੀ, ਮਾਰਕੀਟਿੰਗ ਹੋਊਗੀ ਸਰ, ਮਾਰਕੀਟਿੰਗ ਹੋਊਗੀ ਕਿਸਾਨ ਦੀ ਪ੍ਰੋਡਿਊਸ ਦੀ, ਤੇ ਵਾਅਦਾ ਕਰਦੇ ਆ ਕਿ ਕਣਕ ਝੋਨੇ ਦੇ ਫੇਰ ਚੋਂ ਪੰਜਾਬ ਦੇ ਕਿਸਾਨ ਨੂੰ ਕੱਢ ਕੇ ਰਹਾਂਗੇ। ਇੱਕ ਬੇਨਤੀ ਹੈ ਕਿਸਾਨਾਂ ਨੂੰ, ਵੀਰੋ ਗੱਲ ਕਰ ਲਓ, ਕਨਫਰੰਟੇਸ਼ਨ ਤੇ ਨਾ ਚੱਲੋ, ਗੱਲ ਕਰ ਲਓ। ਤੁਹਾਡੇ ਨਾਲ ਖੜੇ ਆ, ਤੁਹਾਨੂੰ ਵੀ ਪਤਾ ਕੀ ਮਜਬੂਰੀਆਂ ਨੇ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਕਰਨੈਲ ਸਿੰਘ ਪੀਰ ਮੁਹੰਮਦ ਜੀ ਸਾਡੇ ਨਾਲ ਜੁੜੇ ਹੋਏ ਨੇ, ਇੰਤਜ਼ਾਰ ਕਰ ਰਹੇ ਨੇ ਕਾਫੀ ਦੇਰ ਦੇ। ਇਨਫੈਕਟ ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਜੀ ਵੀ ਜੁੜ ਚੁੱਕੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਗਰੇਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਕਰਨੈਲ ਪੀਰ ਮੁਹੰਮਦ ਜੀ, ਦੇਖੋ ਮੈਨੂੰ ਯਾਦ ਹੈ ਕਿ ਜਦੋਂ ਕਾਂਗਰਸ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੀ ਸੀ, ਜਦੋਂ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ, ਤਾਂ ਉਹ ਕੁਰਸੀ ਢਾਹ ਕੇ ਬਾਹਰ ਹੀ ਆ ਕੇ ਬੈਠ ਗਏ ਸੀ, ਤਾਂ ਅੱਜ ਇਹ ਉਹ ਸਟਾਈਲ ਤੁਹਾਨੂੰ ਨਜ਼ਰ ਆ ਰਿਹਾ ਹੈ? ਅੱਜ ਤੁਹਾਨੂੰ ਲੱਗ ਰਿਹਾ ਕਿ ਠੀਕ ਹੈ ਸਰਕਾਰ ਨੇ ਵਧੀਆ ਕਦਮ ਚੁੱਕਿਆ,
किसान धरना लगाउण आए सी, आके उन्होंने गलबात सीधा सीएम ने की, मसले हल कर दिते, मंत्री नूं भेज दिता, उत्थे जाके सब कुछ धरना वाली थां दे उत्ते जाके सॉर्ट आउट करके धरना खत्म करवा दिता। मैं सीधा सवाल पूछ रहा कि तुहानूं लगदा है कि सरकार दा स्टाइल वधिया ते ਇਹ ਇਮਤਿਹਾਨ ਪਹਿਲਾਂ ਸੀ ਤੇ ਪਾਸ ਹੋ ਗਈ ਸਰਕਾਰ? देखो गल यह आ कि पंजाबी की कहावत है ना, कड़ी घोलनी। देखो ये सारा कुछ इन्हों पता है। जिहड़ी आम आदमी पार्टी है एक संघर्ष दे विचों निकली हुई पार्टी अपने आप नूं खवाउंदी है, और ये गल कहिंदे कि असीं राजनीति वखरे तौर ते करदे आ, ते जे वखरे तौर ते राजनीति करदे आ ते जिहड़े धरने प्रदर्शन ने क्यों हुंदे ने, किसान सड़कां ते क्यों आउंदा, मजदूर सड़कां ते क्यों आउंदा? सब तो मेन गल तां इस गल नूं समझण दी लोड़ है। जिहड़ा किसान संघर्ष 1 साल ਚੱਲਿਆ ਦਿੱਲੀ ਦੇ ਵਿੱਚ, ਉਸ ਤੋਂ ਬਾਅਦ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਪਹਿਲੇ ਦਿਨ ਤੋਂ ਹੀ ਜਿਹੜੀਆਂ ਕਿਸਾਨਾਂ ਦੀਆਂ ਕੁਰਕੀ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਉਹਨਾਂ ਦੇ ਸਰਚ ਵਾਰੰਟ ਨਿਕਲ ਰਹੇ ਨੇ, ਉਹਨਾਂ ਦੇ ਘਰਾਂ ਤੱਕ ਬੈਂਕਾਂ ਵਾਲੇ ਪਹੁੰਚ ਰਹੇ ਨੇ। ਫਿਰ ਬਿਜਲੀ ਦਾ ਮੁੱਦਾ ਆ ਗਿਆ ਕਿ ਕਿਸਾਨਾਂ ਨੂੰ ਪਿੰਡਾਂ ਦੇ ਵਿੱਚ ਬਿਜਲੀ ਜਿਹੜੀ ਹੈ ਉਹ ਮੁਹੱਈਆ ਨਹੀਂ ਹੋ ਰਹੀ। ਫਿਰ ਉਸ ਤੋਂ ਬਾਅਦ ਆ ਜਿਹੜੇ ਝੋਨੇ ਦੀ ਲਵਾਈ ਦਾ ਮਸਲਾ ਆ ਗਿਆ ਕਿ ਕਿਹੜੀ ਤਰੀਕ ਸਹੀ ਹੈਗੀ ਏ। ਉਹ ਸਾਰੇ ਦੇ ਵਿੱਚ ਕਿਸਾਨ ਲਗਾਤਾਰ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਡਿਬੇਟ ਚੱਲਦੀ ਰਹਿੰਦੀ ਜਿਵੇਂ ਆਪਾਂ ਕਰ ਰਹੇ ਹਾਂ, ਤਾਂ ਉਸ ਦੇ ਵਿੱਚ ਇਹਨਾਂ ਨੂੰ ਨਬਜ ਪਹਿਚਾਨਣੀ ਚਾਹੀਦੀ ਸੀ। ਜਿਵੇਂ ਰਾਏ ਸਾਹਿਬ ਨੇ ਦੱਸਿਆ ਕਿ ਕੱਲ ਤੇ ਅੱਜ ਦੇ ਵਿੱਚ ਫਰਕ ਕੀ, ਮੈਂ ਕਹਿੰਦਾ ਕਿ ਚੰਗਾ ਸ਼ੁਭ ਸਗਨ ਹੈ ਜੇ ਦੇਰ ਆਏ ਦਰੁਸਤ, ਕਿ ਇਹ ਕਿਸੇ ਤਰ੍ਹਾਂ ਦੀ ਕਨਫੈਡਰੇਸ਼ਨ ਜਿਹੜੀ ਇਹ ਨਹੀਂ ਹੋਣੀ ਚਾਹੀਦੀ। ਇਹ ਜਿਹੜਾ ਝਗੜੇ ਵਾਲਾ ਮਾਹੌਲ ਇਹ ਨਹੀਂ ਹੋਣਾ ਚਾਹੀਦਾ। ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਹੈ, ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਜਿਹੜਾ ਕਿਸਾਨ ਹੈ ਉਹ ਹਰ ਪੱਖੋਂ ਜਿਹੜਾ ਖੁਸ਼ਹਾਲ ਰਿਹਾ ਹੈ, ਹਰ ਪੱਖੋਂ ਮਜ਼ਬੂਤ ਰਿਹਾ ਹੈ, ਕਦੇ ਵੀ ਉਹਨੂੰ ਧਰਨੇ ਪ੍ਰਦਰਸ਼ਨ ਨਹੀਂ ਕਰਨੇ ਪਏ। ਵੱਖਰੀ ਗੱਲ ਹੈ ਕਿ ਜਿਹੜਾ ਖੁਦਕਸ਼ੀਆਂ ਦਾ ਮਸਲਾ ਹੈ, ਇਹ ਕਹਿੰਦੇ ਸੀ ਕਿ ਜਿਹੜੀ ਅਕਾਲੀ ਸਰਕਾਰ ਜਾਂ ਕਾਂਗਰਸ ਸਰਕਾਰਾਂ ਵੇਲੇ ਖੁਦਕਸ਼ੀਆਂ ਹੁੰਦੀਆਂ ਨੇ, ਲੇਕਿਨ ਇਹ ਗਰੇਵਾਲ ਸਾਹਿਬ ਦੱਸਣ ਕਿ ਜਦਨ ਦੀ ਇਹਨਾਂ ਦੀ ਸਰਕਾਰ ਬਣੀ ਹੈ ਕਿ ਇਹ ਖੁਦਕਸ਼ੀਆਂ ਰੁਕ ਗਈਆਂ ਨੇ, ਕੀ ਕਿਸਾਨ ਹੁਣ ਰਾਤੋਂ ਰਾਤ ਤੁਸੀਂ ਖੁਸ਼ਹਾਲ ਕਰ ਦਿੱਤਾ? ਇਹ ਜਿਹੜੇ ਮਸਲੇ ਨੇ ਇਹ ਸਿਰ ਜੋੜ ਕੇ ਬੈਠਣ ਵਾਲੇ ਮਸਲੇ ਆ, ਔਰ ਰਾਜਨੀਤਿਕ ਪਾਰਟੀਆਂ ਨੂੰ ਵੀ ਨਾਲ ਲੈ ਕੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਸੁਲਝਾਉਣਾ ਚਾਹੀਦਾ। ਪਰ ਮੈਂ ਪੰਜਾਬ ਸਰਕਾਰ ਨੂੰ ਵੀ ਔਰ ਕਿਸਾਨ ਜਥੇਬੰਦੀਆਂ ਨੂੰ ਵੀ ਇਸ ਗੱਲ ਦੀ ਮੁਬਾਰਕਬਾਦ ਦੇਣਾ ਕਿ ਉਹਨਾਂ ਨੇ ਟੇਬਲ ਟਾਕ, ਕਿਉਂਕਿ ਦੁਨੀਆ ਦੇ ਵਿੱਚ ਕਿਸੇ ਵੀ ਮਸਲੇ ਦਾ ਹੱਲ ਜਿਹੜਾ ਉਹ ਟੇਬਲ ਟਾਕ ਕੇ ਉੱਥੇ ਬੈਠ ਕੇ ਜਦੋਂ ਮਸਲੇ ਸੁਲਝਾਏ ਜਾਂਦੇ ਨੇ ਤਾਂ ਉਸ ਦਾ ਇੱਕ ਚੰਗਾ ਪਹਿਲੂ ਜਿਹੜਾ ਸਾਹਮਣੇ ਆਉਂਦਾ। ਸੋ ਇਹ ਜਿਹੜੀਆਂ ਅੱਜ ਆਪਣੇ ਇਹਨਾਂ ਦੇ ਮੰਤਰੀ ਸਾਹਿਬਾਨ ਨੇ ਉੱਥੇ ਜਾ ਕੇ ਮੰਗਾਂ ਦਾ ਐਲਾਨ ਕੀਤਾ, ਉਹਨਾਂ ਮੰਗਾਂ ਨੂੰ ਹੁਣ ਇੰਪਲੀਮੈਂਟ ਕਿੰਨੀ ਦੇਰ ਚ ਕੀਤਾ ਜਾਂਦਾ? ਸਵਾਲ ਇਸ ਗੱਲ ਦਾ, ਕਿਉਂਕਿ ਉਹਨਾਂ ਨੇ ਕਿਸਾਨਾਂ ਨੇ ਕਿਹਾ ਕਿ ਅਸੀਂ ਪੋਸਟਪੋਨ ਕੀਤਾ, ਇੰਪਲੀਮੈਂਟ ਵਾਲੇ ਪਾਸੇ ਤਾਂ ਨਹੀਂ। ਦੇਖੋ ਮੋਟੀਆਂ 2-3 ਮੰਗਾਂ ਤਾਂ ਸਿੱਧੀਆਂ ਇੰਪਲੀਮੈਂਟ ਵੀ ਹੋ ਗਈਆਂ ਨਾ। ਉਹ ਕਹਿ ਰਹੇ ਨੇ ਕਿ ਇੱਕ ਤਾਂ ਨੋਟੀਫਿਕੇਸ਼ਨ ਸਾਨੂੰ ਦਿਖਾ ਦਿੱਤਾ, ਦੂਜੀ ਗੱਲ ਹੈ ਕਿ ਝੋਨੇ ਨੂੰ ਲੈ ਕੇ ਤਰੀਕਾਂ ਦੀ ਥੋੜੀ ਜਿਹੀ ਉਲਝਣ ਸੀਗੀ, ਉਹ 14 ਤਰੀਕ ਫਾਈਨਲ ਕਰ ਦਿੱਤੀ ਕਿ 14-17 2 ਜ਼ੋਨ ਦੇ ਵਿੱਚ ਪੰਜਾਬ ਵੰਡ ਕੇ। ਚਲੋ ਮੈਂ ਪੁਆਇੰਟ ਦੇ ਉੱਤੇ ਆਵਾਂਗਾ। ਅਹਿਬਾਬ ਗਰੇਵਾਲ ਜੀ ਕੁਝ ਕਹਿਣਾ ਚਾਹ ਰਹੇ ਨੇ ਸਰ, ਛੋਟਾ ਜਿਹਾ ਕਮੈਂਟ ਰੱਖਿਓ। ਛੋਟਾ ਜਿਹਾ ਰਿਐਕਸ਼ਨ ਹੈ। ਇਹ ਕਹਿੰਦੇ ਕੜੀ ਘੋੜੀ ਭਾਈ ਸਾਹਿਬ 25 ਸਾਲਾਂ ਦੀ ਕੜੀ ਸੀ ਕਿ ਪੰਜਾਬ ਦੀ ਕਿਸਾਨੀ 1 ਨੰਬਰ ਤੋਂ ਬਾਟਮ ਤੇ ਆ ਗਈ ਹੈ। ਅਸੀਂ ਵਾਅਦਾ ਕਰਦੇ ਹਾਂ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾਵਾਂਗੇ, ਤੁਸੀਂ ਇੱਕ ਹੱਥ ਵਧਾਓ ਅਸੀਂ ਪੂਰੇ ਵਧਾਂਗੇ। ਆਪਾਂ ਰਲ ਕੇ ਹੁਣ ਨਿਬੇੜ ਲਈਏ ਹੁਣ ਆਪਣੇ ਬੱਚਿਆਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਸਾਨੀ 'ਚ ਫਕਰ ਮਹਿਸੂਸ ਹੋਣ ਦਈਏ। ਆਉਣ ਵਾਲੀਆਂ ਪੀੜ੍ਹੀਆਂ ਦੇ ਬੱਚੇ ਕਹਿਣ ਕਿ ਅਸੀਂ ਕਿਸਾਨੀ ਕਰਾਂਗੇ। ਬਾਬ ਜੀ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ, ਉਮੀਦ ਕਰੀਏ ਕਿ ਅਗਲੇ 5 ਸਾਲ ਦੇ ਵਿੱਚ ਮਤਲਬ ਅਸਲੀਅਤ ਬਣ ਜਾਏਗੀ ਉਹ। ਸਰ 1 ਸਾਲ ਮੰਗਿਆ, 1 ਸਾਲ 'ਚ ਢਾਂਚਾ ਬਣ ਕੇ ਸਾਹਮਣੇ ਆਉਣਾ ਸ਼ੁਰੂ ਹੋ ਜਾਊਗਾ। ਮੈਂ ਹਾੜੀ ਸੌਣੀ ਬਾਰ-ਬਾਰ ਕਹਿੰਦਾ ਸੀਗਾ ਕਿ ਸਾਨੂੰ 1 ਹਾੜੀ ਸੌਣੀ ਦੇ ਦਿਓ, 1 ਹਾੜੀ ਸੌਣੀ ਦੇ ਦਿਓ। ਅਗਲੀ ਵੇਲੇ ਜੋ ਵੀ ਕੋਈ ਘਾਟ ਵਾਧ ਰਹੇਗੀ ਪੂਰੀ ਕਰਾਂਗੇ। ਇਹ ਤੋਂ ਬਾਅਦ ਘਾਟਾਂ ਵਾਧਾਂ ਪੂਰੀਆਂ ਹੋਣੀਆਂ। ਦੇਖ ਲਓ ਕਿਉਂਕਿ ਦਿਨ ਤਾਂ ਕਹਿੰਦੇ ਨੇ ਕਿ ਉੱਡਦੇ ਜਾਂਦੇ ਨੇ। ਦੇਖੋ ਮਈ ਦਾ ਮਹੀਨਾ ਵੀ ਅੱਧਾ ਨਿਕਲ ਗਿਆ, ਸਾਲ 2022 ਐਂ ਲੱਗਦਾ ਕਿ 5 ਦਿਨ ਪਹਿਲਾਂ ਹੀ ਚੜਿਆ ਸੀ। ਗੌਰਵ ਜੀ ਅੱਧਾ ਸਾਲ ਨਿਕਲ ਗਿਆ। ਮੈਂ 8 ਸਾਲ ਦਾ ਗੌਰਵ ਜੀ, ਮੈਂ 8 ਕੇ 9 ਸਾਲ ਦਾ ਇੱਕ ਚਵਾਰੇ ਚੋਂ ਲੜ ਰਿਹਾ ਸੀ। ਇੱਕ ਚਵਾਰੇ ਚੋਂ ਲੜਦੇ ਸਰਕਾਰ 'ਚ ਪਹੁੰਚਿਆ। ਜੇ ਆ ਹੋ ਗਿਆ ਉਹ ਵੀ ਹੋ ਜੂ ਵਾਦਾ। ਚਲੋ ਠੀਕ ਹੈ, ਉਮੀਦਾਂ ਬਹੁਤ ਸਾਰੀਆਂ ਨੇ। ਸਰਕਾਰ ਲੋਕਾਂ ਨੇ ਬਣਾ ਕੇ ਦਿੱਤੀ ਹੈ ਤਾਂ ਉਮੀਦਾਂ ਵੀ ਬਹੁਤ ਸਾਰੀਆਂ ਨੇ। ਗਰੇਵਾਲ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਹਰਜੀਤ ਗਰੇਵਾਲ ਜੀ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਗਰੇਵਾਲ ਸਾਹਿਬ, ਜਦੋਂ ਇਹ ਅੰਦੋਲਨ ਮੋਹਾਲੀ ਵਾਲਾ ਸ਼ੁਰੂ ਹੋਇਆ ਤਾਂ ਬਹੁਤ ਗੱਲਾਂ ਹੋਈਆਂ ਕਿ ਸਿੰਘੂ ਵਾਲੀ ਝਲਕ ਨਜ਼ਰ ਆ ਰਹੀ ਹੈ, ਟਿੱਕਰੀ ਵਾਲੀ ਝਲਕ ਨਜ਼ਰ ਆ ਰਹੀ ਹੈ, ਪਰ ਉਹ ਅੰਦੋਲਨ 13 ਮਹੀਨੇ ਚੱਲਦਾ ਰਿਹਾ। ਇੱਥੇ ਤਾਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਦੇਖੋ ਅਸੀਂ 30 ਘੰਟੇ 'ਚ ਖਤਮ ਕਰ ਦਿੱਤਾ। नहीं, अच्छा किया, गलबात करनी चाहिए है और
ਕਿਸਾਨਾਂ ਦੀਆਂ ਜਿਹੜੀਆਂ ਪ੍ਰੋਬਲਮ ਨੇ ਉਹ ਐਡਰੈਸ ਵੀ ਹੋਣੀਆਂ ਚਾਹੀਦੀਆਂ ਨੇ। ਇਹ ਐਗਰੀਰੀਅਨ ਬੇਸਡ ਇਕਨੋਮੀ ਹੈ ਇੱਥੋਂ ਦੀ, ਤੇ ਪਰ ਮੈਂ ਸਮਝਦਾ ਕਿ ਕਈ ਗੱਲਾਂ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਜੇ ਪੂਰੀਆਂ ਹੋਣ ਦੀ, ਜਿਸ ਤਰ੍ਹਾਂ ਬਾਸਮਤੀ ਤੇ MSP ਦੀ ਗੱਲ ਆ ਜੀ, ਉਹ ਪੂਰੇ ਦੇਸ਼ 'ਚ ਹੁੰਦੀ ਹੈ ਬਾਸਮਤੀ, ਉਹਦੇ ਲਈ ਕਾਫੀ ਪ੍ਰੋਬਲਮ ਆਉਂਦੀ ਹੈ ਜਦੋਂ ਇਹ MSP ਉਹਦੀ ਅਨਾਉਂਸ ਕਰਨਗੇ। ਇਹ ਕਹਿਣ ਤੇ ਕਰਨ 'ਚ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਸਾਰੀਆਂ ਗੱਲਾਂ ਦਾ। ਕੁਝ ਚੀਜ਼ਾਂ ਕਿਸਾਨਾਂ ਨੂੰ ਵੀ ਸਮਝਣੀਆਂ ਪੈਣਗੀਆਂ ਤੇ ਕੁਝ ਸਰਕਾਰ ਨੂੰ ਵੀ ਸਮਝਣੀਆਂ ਪੈਣਗੀਆਂ। ਕਈ ਚੀਜ਼ਾਂ 'ਚ ਪ੍ਰੋਬਲਮ ਆਉਂਦੀ ਹੈ, ਪਰ ਮੈਂ ਸਮਝਦਾ ਕਿ ਹਰ ਚੀਜ਼ ਦਾ ਅੰਦੋਲਨ ਹੀ ਰਸਤਾ ਨਹੀਂ ਹੁੰਦਾ। ਤੇ ਹੁਣ ਵੀ ਜਿਹੜੀਆਂ ਬਾਕੀ ਪ੍ਰੋਬਲਮ ਨੇ ਉਹਨਾਂ ਨੂੰ ਐਡਰੈਸ ਕਰਨ ਲਈ ਵੀ ਮੈਂ ਸਮਝਦਾ ਕਿ ਕਿਸਾਨ ਜਿਹੜੇ ਲੀਡਰ ਨੇ ਉਹ ਕੇਂਦਰ ਨਾਲ ਵੀ ਗੱਲਬਾਤ ਕਰਦੇ ਰਹਿਣ ਜੀ। ਔਰ ਇਹ ਨਹੀਂ ਕਿ ਬਈ ਤੁਸੀਂ ਇੱਥੇ ਆਏ ਤਾਂ ਅੰਦੋਲਨ ਹੀ ਕਰਨਾ, ਕਿਉਂਕਿ ਕਿਸਾਨ ਵੀ ਇਸ ਦੇਸ਼ ਦੇ ਵਸਿੰਦੇ ਆ, ਬਾਕੀ ਵੀ ਸਾਰੇ ਵਰਗ ਇਸ ਦੇਸ਼ ਦੇ ਅੰਦਰ ਹੀ ਰਹਿੰਦੇ ਆ। ਔਰ ਕੋਈ ਸਰਕਾਰ ਅੰਦੋਲਨ ਚਲਵਾ ਕੇ ਚੈਂਪੀਅਨ ਨਹੀਂ ਬਣਿਆ ਕਰਦੀ। ਔਰ ਮੈਂ ਸਮਝਦਾ ਕਿ ਕਿਸਾਨੀ ਦੀ ਇਸ ਵੇਲੇ ਬਹੁਤ ਗੰਭੀਰ ਸਮੱਸਿਆਵਾਂ ਨੇ ਜਿਹੜੀਆਂ ਪ੍ਰਾਈਮ ਮਿਨਿਸਟਰ ਵੀ ਉਸ ਨੂੰ ਸਮਝਦੇ ਨੇ। ਉਹਨਾਂ ਨੇ ਵੀ ਆਪਦੇ ਭਾਸ਼ਣਾਂ 'ਚ ਵੀ ਕਈ ਵਾਰ ਬੋਲਿਆ। ਤੁਹਾਡਾ ਥੋੜਾ ਬਿਆਨ CM ਦੇ ਇੱਕ ਦਿਨ ਪਹਿਲਾਂ ਦਿੱਤੇ ਗਏ ਬਿਆਨ ਦੇ ਨਾਲ ਮੈਚ ਕਰਦਾ ਹੈ। ਤੁਹਾਨੂੰ ਲੱਗਦਾ ਕਿ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਕਿ ਮੁਰਦਾਬਾਦ ਇਹ ਤਰੀਕਾ ਨਹੀਂ ਹੁੰਦਾ, ਉਹ ਸਹੀ ਸੀ? ਨਹੀਂ, ਉਹ ਠੀਕ ਕਿਹਾ ਉਹਨਾਂ ਨੇ, ਪਰ ਮੈਂ ਨਾਲ ਇਹ ਸਮਝਦਾ ਕਿ ਇਹਦੇ ਵੱਲ ਪਰਮਾਨੈਂਟ ਧਿਆਨ ਦੇਣ ਵਾਲੀ ਗੱਲ ਹੈ। ਇੱਕ ਦਿਨ 'ਚ ਇਸ ਸਮੱਸਿਆ ਦਾ ਹੱਲ ਨਹੀਂ ਹੋਣਾ। ਜਿਹੜਾ ਵਾਟਰ ਟੇਬਲ ਨੀਚੇ ਜਾ ਰਿਹਾ ਉਹ ਬਹੁਤ ਗੰਭੀਰ ਸਮੱਸਿਆ, ਵਾਤਾਵਰਣ ਦੀ ਵੀ ਬਹੁਤ ਗੰਭੀਰ ਸਮੱਸਿਆ ਇੱਥੇ, ਔਰ ਜਿਹੜੀ ਸਾਡੀ ਜ਼ਮੀਨ ਜ਼ਹਿਰੀਲੀ ਹੋ ਰਹੀ ਹੈ ਉਹਦੀ ਬਹੁਤ ਗੰਭੀਰ ਸਮੱਸਿਆ। ਉਹ ਇੱਕ ਦਿਨ ਚੱਲ ਨਹੀਂ ਹੁੰਦਾ। ਉਹ ਤਾਂ ਜੇ ਅੱਜ ਵੀ ਇਹ ਆਰਗੈਨਿਕ ਫਾਰਮਿੰਗ ਦੀ ਤਰਫ ਚਲੇ ਜਾਣ ਤੇ ਉਸ ਦੇ ਬਾਵਜੂਦ ਵੀ 3 ਸਾਲ ਲੱਗਦੇ ਆ ਉਸ ਨੂੰ ਆਪਣੀ ਸਹੀ ਸਥਿਤੀ 'ਚ ਲਿਆਉਣ ਲਈ। ਔਰ ਪਾਣੀ ਦੀ ਸਮੱਸਿਆ, ਔਰ ਮੈਂ ਸਮਝਦਾ ਕਿ ਨਦੀ ਜੋੜ ਯੋਜਨਾ ਜਿਹੜੀ ਅਟਲ ਜੀ ਦੀ ਸਰਕਾਰ ਦੇ ਟਾਈਮ ਆਈ ਸੀ, ਜੇ ਉਸ ਤਰ੍ਹਾਂ ਦੀ ਯੋਜਨਾ ਆਵੇ, ਕਿਉਂਕਿ ਜੋ ਪਾਣੀ ਦਾ ਝਗੜਾ ਹੈਗਾ ਹਰਿਆਣੇ ਨਾਲ ਵੀ ਹੈਗਾ ਜਾਂ ਬਾਕੀ ਹੋਰ ਵੀ ਹੈਗਾ, ਉਸ ਵੇਲੇ ਜਿੰਨਾ ਪਾਣੀ ਸੀ ਅੱਜ ਪਾਣੀ ਹੈ ਹੀ ਨਹੀਂ। ਜੇ ਉਹ ਹੋਵੇ ਨਾ ਤਾਂ ਉਹ ਝਗੜੇ ਦਾ ਹੱਲ ਕਿੱਥੋਂ ਹੋਊਗਾ, ਕੌਣ ਕਿੱਥੋਂ ਦੇਊਗਾ ਪਾਣੀ? ਤੇ ਇਸ ਪੂਰੇ ਦੇਸ਼ ਨੂੰ ਹੀ ਚਾਹੀਦਾ। ਔਰ ਇੱਕ ਜਿਹੜੀ ਇਹ ਆਮ ਆਦਮੀ ਪਾਰਟੀ ਹੈ ਨਾ, ਇਹ ਦਿੱਲੀ ਤੋਂ ਗਾਈਡੈਂਸ ਲੈਂਦੇ ਆ। ਦਿੱਲੀ ਦੇ ਅੰਦਰ ਬਹੁਤ ਘੱਟ ਖੇਤੀ ਆ, ਹੈ ਹੀ ਨਹੀਂ, 2000 ਏਕੜ ਤੋਂ ਵੀ ਘੱਟ ਆ। ਔਰ ਪੰਜਾਬ ਜਿਹੜਾ 94.8% ਇਰੀਗੇਟਡ ਲੈਂਡ ਹੈ ਇੱਥੇ, ਉਹਦੇ 'ਚ ਖੇਤੀ ਹੁੰਦੀ ਹੈ। ਤੇ ਇੱਥੋਂ ਦੀਆਂ ਸਮੱਸਿਆਵਾਂ ਅਲੱਗ ਨੇ, ਉਹਦੇ ਹੱਲ ਅਲੱਗ ਨੇ, ਦਿੱਲੀ ਦੇ ਅਲੱਗ ਨੇ। ਤਾਂ ਉਹ ਫੈਸਲੇ ਇੱਥੇ ਹੀ ਬੈਠ ਕੇ ਕਰਨੇ ਪੈਣੇ ਆ। ਔਰ ਇੱਕ ਦਿਨ 'ਚ ਕੋਈ ਫੈਸਲਾ ਨਹੀਂ ਹੋਣਾ ਜਿਹੜਾ ਇਹ ਕਰਨ ਦੀ ਸੋਚਦੇ ਆ। ਔਰ ਇਹ ਲੰਬੇ ਸਮੇਂ ਤੱਕ ਇਹਦੀ ਇੱਕ ਯੋਜਨਾ ਬਣਾਉਣੀ ਪੈਣੀ ਹੈ। ਔਰ ਕਿਸਾਨ ਨੂੰ ਉਹਦੀ ਫਸਲ ਕੋਈ ਵੀ ਉਹ ਬੀਜੇ, ਬਦਲਵੀਆਂ ਫਸਲਾਂ ਬਜਵਾ ਲਈਏ ਤਾਂ ਉਹਦੀ ਗਾਰੰਟੀ ਦੇਣੀ ਪੈਣੀ ਹੈ ਮਾਰਕੀਟ ਦੀ। ਜੇ ਉਹ ਗਾਰੰਟੀ ਨਹੀਂ ਦੇਵਾਂਗੇ ਤਾਂ ਕਿਸਾਨ ਦੀ ਲਾਭ ਵਾਲੀ ਖੇਤੀ ਹੋ ਹੀ ਨਹੀਂ ਸਕਦੀ। ਜ਼ੋਰ ਲਗਾ ਲਓ, ਉਹਦੇ ਲਈ ਕੋਈ ਵੀ ਫੈਸਲੇ ਕਰ ਲਓ। ਤੁਹਾਡੇ ਬਹੁਤ ਵੈਲਿਡ ਪੁਆਇੰਟਸ ਨੇ ਕਿ ਜਦੋਂ ਆਪਾਂ ਅੰਦੋਲਨ ਦਾ ਜ਼ਿਕਰ ਕਰ ਰਹੇ ਹਾਂ ਜਾਂ ਮੰਗਾਂ ਦਾ ਜ਼ਿਕਰ ਕਰ ਰਹੇ ਹਾਂ, ਪਰ ਅਗਲੇ 10 20 30 40 ਸਾਲ ਵੀ ਸੋਚੀਏ ਕਿ ਆਉਣ ਵਾਲੀਆਂ ਪੀੜ੍ਹੀਆਂ ਕਿ ਵਾਕਈ ਇਸ ਮੰਗਾਂ ਦੇ ਲਈ ਲੜਦੀਆਂ ਰਹਿਣਗੀਆਂ ਕਿ 2035 ਚ ਜਾ ਕੇ 2040 ਦੇ ਵਿੱਚ ਜਾ ਕੇ ਝੋਨਾ ਹੀ ਲਗਾਇਆ ਜਾ ਰਿਹਾ ਹੋਏਗਾ ਪੰਜਾਬ ਦੇ ਵਿੱਚ, ਜਾਂ ਉਸ ਸਮੇਂ ਪਾਣੀ ਵੀ ਹੋਏਗਾ ਪੰਜਾਬ ਦੇ ਕੋਲ ਝੋਨਾ ਲਗਾਉਣ ਦੇ ਲਈ। ਤਾਂ ਬਹੁਤ ਸਾਰੇ ਇਸ਼ੂਜ਼ ਨੇ, ਉਹਨਾਂ ਦੇ ਉੱਤੇ ਪੈਰਲਲ ਗੱਲ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਮੈਂ ਮਨਜੀਤ ਸਿੰਘ ਰਾਏ ਜੀ ਤੁਹਾਡੇ ਕੋਲ ਆਉਂਗਾ, ਪਰ ਉਸ ਤੋਂ ਪਹਿਲਾਂ ਗਰੇਵਾਲ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਗਰੇਵਾਲ ਸਾਹਿਬ, ਜ਼ਰੂਰੀ ਹੈ ਕਿਉਂਕਿ ਸਰਕਾਰ ਦੇ ਉੱਤੇ ਉਂਗਲ ਉੱਠਦੀ ਹੈ ਤਾਂ ਫਿਰ ਇੱਕ ਕਮੈਂਟ ਉੱਥੇ ਜ਼ਰੂਰੀ ਹੋ ਜਾਂਦਾ। ਪਲੀਜ਼ ਛੋਟਾ ਜਿਹਾ ਕਮੈਂਟ ਰੱਖਿਓ, 10-20 ਸੈਕਿੰਡ। ਛੋਟਾ ਜਿਹਾ ਕਮੈਂਟ ਹੈ। ਗਰੇਵਾਲ ਸਾਹਿਬ ਨੇ ਬਿਲਕੁਲ ਸਹੀ ਕਿਹਾ ਕਿ ਰਾਤੋਂ ਰਾਤ ਨਹੀਂ ਹੁੰਦੀਆਂ, ਬਿਲਕੁਲ ਨਹੀਂ ਹੁੰਦੀਆਂ। ਅਸੀਂ ਲੌਂਗ ਟਰਮ ਸੋਲੂਸ਼ਨਸ ਲੱਭ ਰਹੇ ਹਾਂ। ਜਿਹੜੀਆਂ ਪੰਚਾਇਤੀ ਜ਼ਮੀਨਾਂ ਦੀ ਗੱਲ ਆ, ਅਸੀਂ 10% ਜ਼ਮੀਨ ਰੇਨ ਵਾਟਰ ਹਾਰਵੈਸਟਿੰਗ ਲਈ ਬਚਾਵਾਂਗੇ। ਅਸੀਂ ਜਿਹੜੀ ਇਹ MSP ਦੀ ਗਰੇਵਾਲ ਸਾਹਿਬ ਨੇ ਗੱਲ ਕੀਤੀ, ਅਸੀਂ ਇਹ ਵਾਅਦਾ ਕਰਦੇ ਹਾਂ ਕਿ ਜਿਹੜੀ ਵੀ ਕਿਸਾਨ ਦੀ ਪ੍ਰੋਡਿਊਸ ਹੈ ਉਹਨੂੰ ਅਸੀਂ ਇੰਟਰਨੈਸ਼ਨਲ ਮਾਰਕੀਟ ਨਾਲ ਜੋੜਾਂਗੇ। ਅਸੀਂ ਜਿਹੜੀ ਉਹ ਪ੍ਰੋਸੈਸਡ ਫੂਡ ਹੈ ਉਹਦੀ ਇੰਡਸਟਰੀ ਲਿਆਵਾਂਗੇ। ਐਂਡ ਮੈਂ ਮੰਨਦਾ ਕਿਸਾਨ ਵੀਰਾਂ ਨੂੰ ਅੱਜ ਤੱਕ ਮਿਲਿਆ ਹੀ ਹੈ ਕਿ ਸੰਘਰਸ਼ ਤੋਂ ਬਿਨਾਂ ਮਿਲਦਾ ਹੀ ਕੁਝ ਨਹੀਂ, ਪਰ ਹੁਣ ਅਸੀਂ ਕਹਿ ਰਹੇ ਹਾਂ ਕਿ ਆਪਣਾ ਐਕਸਪੀਰੀਅੰਸ ਚੇਂਜ ਕਰੋ। ਠੀਕ ਹੈ ਗਰੇਵਾਲ ਸਾਹਿਬ, ਦੇਖੋ ਉਹਨਾਂ ਦੇ ਕੋਲ ਪੂਰੀ ਪਲੈਨਿੰਗ ਹੈ। ਉਹ ਦੱਸ ਰਹੇ ਕਿ ਅਗਲੇ 1 ਸਾਲ ਸਾਨੂੰ ਦਵੋ, ਉਸ ਤੋਂ ਬਾਅਦ ਅਗਲੇ ਕੁਝ ਸਾਲਾਂ ਦੇ ਵਿੱਚ ਪ੍ਰੋਫਿਟ ਦਾ ਧੰਦਾ ਹੋ ਜਾਏਗਾ ਖੇਤੀਬਾੜੀ। ਦੇਖੋ, ਇਹਦੇ 'ਚ ਮੈਂ ਇੱਕੋ ਹੀ ਗੱਲ ਇਹਨਾਂ ਨੂੰ ਕਹਿਣੀ ਆ ਕਿ ਇਸ ਵੇਲੇ ਕਣਕ ਔਰ ਕਣਕ ਦੇ ਆਟੇ 'ਚ ਕਿੰਨਾ ਕੀਮਤ ਦਾ ਫਰਕ ਆ, ਉਹ ਦੇਖ ਲੈਣ। ਤੇ ਉਹ ਪ੍ਰੋਸੈਸਿੰਗ ਜੇ ਉਹ ਕੋਆਪਰੇਟਿਵਸ ਬਣਾ ਕੇ ਕਿਸਾਨਾਂ ਨੂੰ ਉਹਦਾ ਲਾਭ ਮਿਲੇ ਤਾਂ ਮੈਂ ਸਮਝਦਾ ਕਿਸਾਨ ਖੁਸ਼ਹਾਲ ਹੋ ਜਾਏਗਾ। ਉਹ 40 ਤੋਂ 50 ਰੁਪਏ ਦਾ ਫਰਕ ਆ ਤੇ ਉਹ ਸਰਕਾਰ ਨੂੰ ਉਸ ਤੇ ਕੰਮ ਕਰਨਾ ਚਾਹੀਦਾ। ਉਹਦੇ 'ਚ ਕਿਸਾਨ ਨੂੰ ਸਿੱਧਾ ਕੋਆਪਰੇਟਿਵਸ ਦੇ ਅੰਦਰ ਇਨਵੋਲਵ ਕਰਨਾ ਚਾਹੀਦਾ। ਉਹਦੀ ਸੁਪਰਵਿਜ਼ਨ ਸਰਕਾਰੀ ਏਜੰਸੀਆਂ ਕਰਨ, ਸਰਕਾਰੀ ਲੋਕ ਵੀ ਕਰਨ, ਤਾਂ ਕਿ ਉਹ ਲੋਕਾਂ ਨੂੰ ਅਜੇ ਉਹਦਾ ਪੂਰਾ ਸੁਭਾਅ ਨਹੀਂ ਬਣਿਆ। ਕੋਆਪਰੇਟਿਵ ਦਾ ਵੀ ਇੱਕ ਸੁਭਾਅ ਹੁੰਦਾ,
ਮੈਂ ਕਿਉਂਕਿ ਮੈਂ ਕੋਆਪਰੇਟਿਵ 'ਚ ਪਿਛਲੇ 25-30 ਸਾਲ ਤੋਂ ਕੰਮ ਕਰ ਰਿਹਾ ਜੀ ਤੇ ਇਹ ਜੇ ਸੁਭਾਅ ਬਣ ਜਾਏ ਤਾਂ ਇਹਦਾ ਲਾਭ ਵੀ ਬਹੁਤ ਹੁੰਦਾ ਔਰ ਮੈਂ ਸਮਝਦਾ ਕਿ ਇੱਥੇ ਜਿਹੜਾ ਛੋਟੀ ਜੋਤ ਵਾਲਾ ਕਿਸਾਨ ਆ ਉਸ ਨੂੰ ਕੋਆਪਰੇਟਿਵ ਨਾਲ ਬੜਾ ਲਾਭ ਦਿੱਤਾ ਜਾ ਸਕਦਾ।